ਅੱਜ ਆਪਾਂ ਐਕਸਪਲੇਨ ਕਰਨ ਜਾ ਰਹੇ ਹਾਂ ਇੱਕ ਪੋਲਿਸ਼ ਫਿਲਮ। ਇਸ ਫਿਲਮ ਵਿੱਚ ਮਦਰ ਅਤੇ ਡਾਟਰ ਦੋਵੇਂ ਇੱਕੋ ਮੁੰਡੇ ਨਾਲ ਅਟਰੈਕਟ ਹੁੰਦੀਆਂ ਹਨ। ਇਹ ਫਿਲਮ ਪੋਲੈਂਡ ਫਿਲਮ ਫੈਸਟੀਵਲ 2017 ਦੀ ਅਵਾਰਡ ਵਿਨਿੰਗ ਫਿਲਮ ਰਹੀ ਹੈ। ਇਸ ਫਿਲਮ ਵਿੱਚ ਮਾਂ ਈਵਾ ਅਤੇ ਉਸਦੀ ਕੁੜੀ ਜੁਲਕਾ ਇੱਕ ਸ਼ਾਪਿੰਗ ਮਾਲ ਵਿੱਚ ਸਮਾਨ ਖਰੀਦ ਰਹੀਆਂ ਹੁੰਦੀਆਂ ਹਨ। ਅੱਜ ਜੁਲਕਾ ਦਾ 18ਵਾਂ ਜਨਮ ਦਿਨ ਹੁੰਦਾ ਹੈ। ਇਸ ਵਿੱਚ ਉਹ ਜਨਮਦਿਨ ਪਾਰਟੀ ਕਰਨ ਲਈ ਕੁਝ ਸਮਾਨ ਖਰੀਦਣ ਲਈ ਇੱਥੇ ਆਈਆਂ ਹੁੰਦੀਆਂ ਹਨ। ਆਪਦੇ ਕੁਝ ਖਾਸ ਦੋਸਤਾਂ ਨੂੰ ਜਨਮਦਿਨ ਦੀ ਪਾਰਟੀ ਲਈ ਬੁਲਾਇਆ ਹੁੰਦਾ ਹੈ। ਉਸੇ ਵਕਤ ਜੁਲਕਾ ਸਟੋਰ ਦੇ ਬਾਹਰ ਦੇਖਦੀ ਹੈ ਕਿ ਉਸਦਾ ਬॉयਫ੍ਰੈਂਡ ਐਂਡਰੀਅਨ ਬਾਹਰ ਖੜਾ ਹੁੰਦਾ ਹੈ। ਐਂਡਰੀਅਨ ਜੁਲਕਾ ਨੂੰ ਬਾਹਰ ਬੁਲਾਉਂਦਾ ਹੈ। ਐਂਡਰੀਅਨ ਨੂੰ ਜਦੋਂ ਜੁਲਕਾ ਦੀ ਮੌਮ ਦੇਖਦੀ ਹੈ ਤਾਂ ਉਸਦੇ ਚਿਹਰੇ ਦੀ ਖੁਸ਼ੀ ਅਚਾਨਕ ਗਾਇਬ ਹੋ ਜਾਂਦੀ ਹੈ। ਜੁਲਕਾ ਦੀ ਮੌਮ ਜੁਲਕਾ ਨੂੰ ਪੁੱਛਦੀ ਹੈ ਕਿ ਇਹ ਇੱਥੇ ਕੀ ਕਰ ਰਿਹਾ। ਜੁਲਕਾ ਦੀ ਮੌਮ ਕਹਿੰਦੀ ਹੈ ਕਿ ਤੂੰ ਕਿਹਾ ਸੀ ਹੁਣ ਇਸ ਲੜਕੇ ਨੂੰ ਮਿਲਣਾ ਬੰਦ ਕੀਤਾ ਹੋਇਆ ਹੈ। ਪਰ ਜੁਲਕਾ ਆਪਣੀ ਮੌਮ ਦੀਆਂ ਗੱਲਾਂ ਨੂੰ ਇਗਨੋਰ ਕਰਦੇ ਹੋਏ ਬਾਹਰ ਚਲੀ ਜਾਂਦੀ ਹੈ। ਜੁਲਕਾ ਦੀ ਮੌਮ ਵੇਖਦੀ ਹੈ ਕਿ ਜੁਲਕਾ ਐਂਡਰੀਅਨ ਨੂੰ ਮਿਲ ਕੇ ਕਾਫੀ ਖੁਸ਼ ਹੈ। ਐਂਡਰੀਅਨ ਜੁਲਕਾ ਦੀ ਕਾਫੀ ਟਾਈਮ ਤੋਂ ਬॉयਫ੍ਰੈਂਡ ਸੀ। ਜੁਲਕਾ ਐਂਡਰੀਅਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ, ਪਰ ਜੁਲਕਾ ਦੀ ਮਾਂ ਈਵਾ ਨੂੰ ਇਹਨਾਂ ਦੋਨਾਂ ਦੇ ਰਿਲੇਸ਼ਨ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਸ਼ਾਪਿੰਗ ਕਰਕੇ ਜੁਲਕਾ ਦੀ ਮੌਮ ਬਾਹਰ ਆਉਂਦੀ ਹੈ। ਜੁਲਕਾ ਕਹਿੰਦੀ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਬਹੁਤ ਸਾਰੇ ਲੋਕ ਆਉਣਗੇ ਅਤੇ ਆਪਾਂ ਸਭ ਮਿਲ ਕੇ ਬਹੁਤ ਸੈਲੀਬ੍ਰੇਟ ਕਰਾਂਗੇ। ਉਸੇ ਵੇਲੇ ਐਂਡਰੀਅਨ ਕਹਿੰਦਾ ਹੈ ਕਿ ਮੈਂ ਘਰ ਦੀਆਂ ਚਾਬੀਆਂ ਆਪਦੇ ਨਾਲ ਲੈ ਆਇਆ ਹਾਂ, ਹੁਣ ਮੇਰੇ ਫਾਦਰ ਘਰ ਵਿੱਚ ਕਿਵੇਂ ਐਂਟਰ ਕਰਨਗੇ। ਇਸ ਕਰਕੇ ਜੁਲਕਾ ਥੋੜ੍ਹੀ ਡਿਸਅਪੁਆਇੰਟ ਹੁੰਦੀ ਹੈ ਅਤੇ ਪੁੱਛਦੀ ਹੈ ਕਿ ਹੁਣ ਫਿਰ। ਤਾਂ ਐਂਡਰੀਅਨ ਕਹਿੰਦਾ ਹੈ ਕਿ ਦੇਖਦੇ ਹਾਂ। ਜੁਲਕਾ ਨੂੰ ਕਿਸ ਕਰਦੇ ਵੇਖ ਕੇ ਜੁਲਕਾ ਦੀ ਮੌਮ ਕਹਿੰਦੀ ਹੈ ਕਿ ਇੱਧਰ ਆਓ ਅਤੇ ਆਪਣਾ ਸਮਾਨ ਠੀਕ ਕਰਕੇ ਰੱਖ ਦਿਓ। ਕਲੀਅਰਲੀ ਇਹ ਪਤਾ ਲੱਗਦਾ ਹੈ ਕਿ ਐਂਡਰੀਅਨ ਨੂੰ ਜੁਲਕਾ ਦੀ ਮੌਮ ਬਿਲਕੁਲ ਵੀ ਪਸੰਦ ਨਹੀਂ ਕਰਦੀ ਹੈ। ਲੇਕਿਨ ਸੱਚ ਤਾਂ ਇਹ ਹੈ ਕਿ ਜੁਲਕਾ ਦੀ ਮੌਮ ਖੁਦ ਵੀ ਐਂਡਰੀਅਨ ਦੀ ਤਰਫ ਕਾਫੀ ਅਟਰੈਕਟ ਹੁੰਦੀ ਹੈ ਅਤੇ ਐਂਡਰੀਅਨ ਤਾਂ ਆਪਣਾ ਹੁੰਦਾ ਹੀ ਠਰਕੀ ਹੈ। ਇਹਨਾਂ ਦੋਨਾਂ ਵਿੱਚ ਰੋਮਾਂਟਿਕ ਟੈਂਸ਼ਨ ਸਾਫ਼ ਦੇਖਿਆ ਜਾ ਸਕਦਾ ਸੀ। ਜੁਲਕਾ ਦੀ ਮੌਮ ਦੋਨਾਂ ਨੂੰ ਲੈ ਕੇ ਲੇਕ ਹਾਊਸ 'ਤੇ ਜੁਲਕਾ ਦਾ ਜਨਮਦਿਨ ਮਨਾਉਣ ਲਈ ਆ ਜਾਂਦੀ ਹੈ ਅਤੇ ਡਿੱਗੀ ਵਿੱਚੋਂ ਸਮਾਨ ਕੱਢ ਕੇ ਜੁਲਕਾ ਨੂੰ ਦਿੰਦੀ ਹੈ ਅਤੇ ਉਹਨੂੰ ਕਹਿੰਦੀ ਹੈ ਕਿ ਉੱਪਰ ਜਾ ਕੇ ਸਾਰੀਆਂ ਬਾਰੀਆਂ ਖੋਲ੍ਹ ਦੇਵੀਂ। ਜਾਂਦੇ ਹੋਏ ਜੁਲਕਾ ਐਂਡਰੀਅਨ ਨੂੰ ਕਹਿੰਦੀ ਹੈ ਕਿ ਆ ਜਾਓ, ਮੈਂ ਤੈਨੂੰ ਆਪਣਾ ਘਰ ਵਿਖਾਉਂਦੀ ਹਾਂ। ਪਰ ਐਂਡਰੀਅਨ ਕਹਿੰਦਾ ਹੈ ਕਿ ਤੂੰ ਚੱਲ, ਮੈਂ ਕੁਝ ਸਮਾਨ ਲੈ ਕੇ ਆਉਂਦਾ ਹਾਂ। ਪਰ ਜੁਲਕਾ ਦੀ ਮੌਮ ਐਂਡਰੀਅਨ ਨਾਲ ਬਿਨਾਂ ਗੱਲ ਕੀਤੇ ਹੀ ਘਰ ਵੱਲ ਨੂੰ ਸਮਾਨ ਲੈ ਕੇ ਜਾਣ ਲੱਗਦੀ ਹੈ। ਐਂਡਰੀਅਨ ਆਪ ਹੀ ਡਿੱਗੀ 'ਚੋਂ ਕੁਝ ਸਮਾਨ ਚੱਕਦਾ ਹੈ ਅਤੇ ਜੁਲਕਾ ਦੀ ਮੌਮ ਦੇ ਪਿੱਛੇ ਜਾਣ ਲੱਗਦਾ ਹੈ। ਤਾਂ ਜੁਲਕਾ ਦੀ ਮੌਮ ਕਹਿੰਦੀ ਹੈ ਕਿ ਤੇਰੀ ਬੱਸ 1 ਘੰਟੇ ਵਿੱਚ ਜਾਣ ਵਾਲੀ ਹੈ, ਤੂੰ ਇੱਥੋਂ ਜਲਦੀ ਚਲਾ ਜਾਈਂ। ਐਂਡਰੀਅਨ ਨੂੰ ਪਤਾ ਸੀ ਕਿ ਜੁਲਕਾ ਦੀ ਮੌਮ ਦਾ ਬਿਹੇਵੀਅਰ ਉਸ ਲਈ ਕੁਝ ਜ਼ਿਆਦਾ ਵਧੀਆ ਨਹੀਂ ਰਹਿੰਦਾ, ਇਸ ਲਈ ਉਹ ਬਿਨਾਂ ਕੁਝ ਬੋਲੇ ਘਰ ਦੇ ਅੰਦਰ ਚਲਾ ਜਾਂਦਾ ਹੈ। ਐਂਡਰੀਅਨ ਘਰ ਦੇ ਅੰਦਰ ਆ ਕੇ ਜੁਲਕਾ ਦੀ ਮੌਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਜੁਲਕਾ ਦੀ ਮੌਮ ਤੋਂ ਡਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਉਹ ਚਾਹੇ ਕੁਝ ਵੀ ਕਹੇ, ਜੁਲਕਾ ਦੀ ਮੌਮ ਦਾ ਜਵਾਬ ਨਾ ਹੀ ਹੋਣ ਵਾਲਾ ਹੈ। ਫਿਰ ਵੀ ਉਹ ਹਿੰਮਤ ਕਰਕੇ ਕਹਿੰਦਾ ਹੈ ਕਿ ਜੁਲਕਾ ਨੇ ਉਸ ਨੂੰ ਇਨਵਾਈਟ ਕੀਤਾ ਹੈ। ਹੁਣ ਜੇਕਰ ਉਹ ਇੱਥੋਂ ਚਲਾ ਜਾਵੇਗਾ ਤਾਂ ਉਸ ਨੂੰ ਬਹੁਤ ਬੁਰਾ ਲੱਗੇਗਾ ਅਤੇ ਉਸ ਦਾ ਸਾਰਾ ਜਨਮਦਿਨ ਖਰਾਬ ਹੋ ਜਾਏਗਾ। ਪਰ ਜੁਲਕਾ ਦੀ ਮੌਮ ਬਿਨਾਂ ਕੁਝ ਕਹੇ ਹੀ ਉੱਥੋਂ ਸਮਾਨ ਚੱਕ ਕੇ ਸਟੋਰ ਰੂਮ ਵੱਲ ਚਲੀ ਜਾਂਦੀ ਹੈ। ਜੁਲਕਾ ਦੀ ਮੌਮ ਦਾ ਕੋਈ ਵੀ ਜਵਾਬ ਨਹੀਂ ਪਾ ਕੇ ਐਂਡਰੀਅਨ ਉੱਥੇ ਹੀ ਰੁਕਣ ਦਾ ਫੈਸਲਾ ਕਰਦਾ ਹੈ। ਫਿਰ ਥੋੜ੍ਹੇ ਟਾਈਮ ਬਾਅਦ ਹੀ ਜੁਲਕਾ ਆਪਣੀ ਮੌਮ ਨੂੰ ਕਹਿੰਦੀ ਹੈ ਕਿ ਅਸੀਂ ਲੇਕ ਵਿੱਚ ਸਵੀਮਿੰਗ ਕਰਨ ਲਈ ਜਾ ਰਹੇ ਹਾਂ। ਤਾਂ ਜੁਲਕਾ ਦੀ ਮੌਮ ਐਂਡਰੀਅਨ ਵੱਲ ਵੇਖਦੇ ਹੋਏ ਕਹਿੰਦੀ ਹੈ ਕਿ ਆਪਾਂ ਨੂੰ ਹਾਲੇ ਕੇਕ ਬਣਾਉਣਾ ਚਾਹੀਦਾ ਹੈ। ਪਰ ਜੁਲਕਾ ਕਹਿੰਦੀ ਹੈ ਕਿ ਹਾਲੇ 12 ਹੀ ਤਾਂ ਵੱਜੇ ਹਨ, ਆਪਣੇ ਕੋਲ ਬਹੁਤ ਟਾਈਮ ਆ। ਇਹ ਕਹਿ ਕੇ ਉਹ ਐਂਡਰੀਅਨ ਦੇ ਨਾਲ ਲੇਕ ਵੱਲ ਨੂੰ ਚਲੀ ਜਾਂਦੀ ਹੈ। ਇਸ ਦਾ ਜਵਾਬ ਸੁਣ ਕੇ ਜੁਲਕਾ ਦੀ ਮੌਮ ਥੋੜ੍ਹੀ ਦੇਰ ਉਦਾਸ ਹੋ ਜਾਂਦੀ ਹੈ। ਫਿਰ ਜੁਲਕਾ ਦੀ ਮੌਮ ਘਰ ਦੀ ਸਫਾਈ ਵਿੱਚ ਲੱਗ ਜਾਂਦੀ ਹੈ, ਪਰ ਉਹਦਾ ਧਿਆਨ ਹਾਲੇ ਵੀ ਐਂਡਰੀਅਨ ਵਿੱਚ ਹੀ ਅਟਕਿਆ ਹੁੰਦਾ ਹੈ। ਉਸ ਦਾ ਕੰਮ ਵਿੱਚ ਬਿਲਕੁਲ ਵੀ ਮਨ ਨਹੀਂ ਲੱਗ ਰਿਹਾ ਹੁੰਦਾ ਹੈ। ਪਤਾ ਨਹੀਂ ਇਹੋ ਜਿਹੀ ਕਿਹੜੀ ਗੱਲ ਹੈ ਜਿਹੜਾ ਵਾਰ-ਵਾਰ ਉਸ ਦਾ ਧਿਆਨ ਐਂਡਰੀਅਨ ਵੱਲ ਹੀ ਚਲਾ ਜਾਂਦਾ ਹੈ। ਜੁਲਕਾ ਦੀ ਮੌਮ ਜਦ ਖੁਦ ਨੂੰ ਨਹੀਂ ਰੋਕ ਪਾਉਂਦੀ ਤਾਂ ਉਹ ਬਾਹਰ ਆ ਕੇ ਐਂਡਰੀਅਨ ਨੂੰ ਵੇਖਣ ਲੱਗ ਜਾਂਦੀ ਹੈ ਕਿ ਉਹ ਦੋਨੋਂ ਕੀ ਕਰ ਰਹੇ ਆ। ਉਹ ਦੇਖਦੀ ਆ ਕਿ ਉਸਦੀ ਬੇਟੀ ਜੁਲਕਾ ਅਤੇ ਐਂਡਰੀਅਨ ਦੋਵੇਂ ਲੇਕ ਵਿੱਚ ਬਹੁਤ ਇੰਜੋਏ ਕਰ ਰਹੇ ਹੁੰਦੇ ਹਨ। ਜੁਲਕਾ ਦੀ ਮੌਮ ਘਰ ਦੀ ਡੈਕੋਰੇਸ਼ਨ ਕਰਨ ਲੱਗ ਜਾਂਦੀ ਹੈ ਅਤੇ ਆਪਦੇ ਲੇਕ ਹਾਊਸ ਨੂੰ ਲਾਈਟਾਂ ਨਾਲ ਸਜਾਉਂਦੀ ਹੈ। ਜੁਲਕਾ ਦੀ ਮੌਮ ਘਰ ਨੂੰ ਪਾਰਟੀ ਲਈ ਤਿਆਰ ਕਰਦੀ ਹੈ, ਪਰ ਉਸਦੇ ਚਿਹਰੇ 'ਤੇ ਹੁਣ ਉਹ ਖੁਸ਼ੀ ਨਹੀਂ ਹੁੰਦੀ ਜੋ ਐਂਡਰੀਅਨ ਦੇ ਆਉਣ ਤੋਂ ਪਹਿਲਾਂ ਸੀ। ਜੋ ਖੁਸ਼ੀ ਉਸਦੇ ਚਿਹਰੇ 'ਤੇ ਸ਼ਾਪਿੰਗ ਮਾਲ 'ਚ ਸੀ, ਹੁਣ ਉਹ ਖੁਸ਼ੀ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਹੁੰਦੀ ਹੈ। ਜਦ ਜੁਲਕਾ ਦੀ ਮੌਮ ਘਰ ਦੀ ਸਫਾਈ ਕਰ ਰਹੀ ਹੁੰਦੀ ਹੈ ਤਾਂ ਪਿੱਛੇ ਐਂਡਰੀਅਨ ਆ ਜਾਂਦਾ ਹੈ। ਉਹ ਡਰਦਾ ਹੋਇਆ ਘਰ ਦੇ ਅੰਦਰ ਆਉਂਦਾ ਹੈ ਅਤੇ ਬਿਲਕੁਲ ਜੁਲਕਾ ਦੀ ਮੌਮ ਦੇ ਪਿੱਛੇ ਆ ਕੇ ਖੜਾ ਹੋ ਜਾਂਦਾ ਹੈ। ਜੁਲਕਾ ਦੀ ਮੌਮ ਨੂੰ ਉਸ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਪੁੱਛਦੀ ਹੈ ਕਿ ਉਹ ਇੱਥੇ ਕੀ ਕਰ ਰਿਹਾ ਹੈ। ਜੁਲਕਾ ਦੀ ਮੌਮ ਡਰ ਕੇ ਐਂਡਰੀਅਨ ਦੀ ਤਰਫ ਦੇਖਦੀ ਹੈ
ਕੁਝ ਟਾਈਮ ਬਾਅਦ ਐਂਡਰੀਅਨ ਕਹਿੰਦਾ ਹੈ ਕਿ ਜੁਲਕਾ ਨੇ ਮੈਨੂੰ ਭੇਜਿਆ ਹੈ, ਉਸਨੂੰ ਸਨਸਕ੍ਰੀਨ ਚਾਹੀਦੀ ਹੈ, ਮੈਨੂੰ ਨਹੀਂ ਮਿਲ ਰਹੀ ਹੈ। ਤਾਂ ਜੁਲਕਾ ਦੀ ਮਮ ਉੱਥੇ ਹੀ ਖੜੀ ਰਹਿ ਕੇ ਬੋਲਦੀ ਹੈ ਕਿ ਜੇਕਰ ਸਨਸਕ੍ਰੀਨ ਚਾਹੀਦੀ ਹੈ ਤਾਂ ਲੱਭਣੀ ਸ਼ੁਰੂ ਕਰ ਦੇਵੇ। ਐਂਡਰੀਅਨ ਜੁਲਕਾ ਦੀ ਮੋਮ ਵੱਲ ਦੇਖਦੇ ਹੋਏ ਉਸ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰਦਾ ਹੈ। ਜੁਲਕਾ ਦੀ ਮੋਮ ਵੀ ਉੱਥੋਂ ਬਿਲਕੁਲ ਨਹੀਂ ਹਿਲਦੀ। ਐਂਡਰੀਅਨ ਬਿਲਕੁਲ ਨੇੜੇ ਆ ਕੇ ਕਹਿੰਦਾ ਹੈ ਕਿ ਪਲੀਜ਼ ਮੈਮ, ਮੈਨੂੰ ਇੱਥੇ ਰਹਿ ਲੈਣ ਦਿਓ, ਮੈਨੂੰ ਜੁਲਕਾ ਦੇ ਜਨਮਦਿਨ ਵਿੱਚ ਸ਼ਾਮਿਲ ਹੋ ਲੈਣ ਦਿਓ। ਜੁਲਕਾ ਦੀ ਮੋਮ ਥੋੜ੍ਹੀ ਦੇਰ ਸੋਚ ਕੇ ਬੋਲਦੀ ਹੈ ਕਿ ਸਨਸਕ੍ਰੀਨ ਤਾਂ ਬਾਥਰੂਮ ਵਿੱਚ ਰੱਖੀ ਹੈ, ਮੈਂ ਲੈ ਕੇ ਆਉਂਦੀ ਹਾਂ, ਅਤੇ ਉਹ ਐਂਡਰੀਅਨ ਤੋਂ ਦੂਰ ਹਟ ਕੇ ਬਾਥਰੂਮ 'ਚ ਚਲੀ ਜਾਂਦੀ ਹੈ। ਜੁਲਕਾ ਦੀ ਮੋਮ ਐਂਡਰੀਅਨ ਨੂੰ ਕਹਿੰਦੀ ਹੈ ਕਿ ਅਗਲੀ ਬੱਸ 1 ਘੰਟੇ ਅੰਦਰ ਆਉਣ ਵਾਲੀ ਹੈ, ਤੂੰ ਆਪਦੇ ਘਰ ਚਲਾ ਜਾਵੀਂ। ਫਿਰ ਜੁਲਕਾ ਦੀ ਮੋਮ ਬਾਥਰੂਮ 'ਚ ਚਲੀ ਜਾਂਦੀ ਹੈ ਅਤੇ ਇੱਕ ਲੰਮਾ ਹੌਂਕਾ ਭਰਦੀ ਹੈ। ਉਸ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਹੀ ਹੈ। ਉਹ ਥੋੜ੍ਹਾ ਪਾਣੀ ਪੀਂਦੀ ਹੈ ਅਤੇ ਸੋਚਦੀ ਹੈ ਕਿ ਉਹ ਐਂਡਰੀਅਨ ਨਾਲ ਇੰਨਾ ਅਟਰੈਕਟ ਫੀਲ ਕਿਉਂ ਕਰਦੀ ਹੈ। ਉਸ ਨੂੰ ਕੁਝ ਸਮਝ ਨਹੀਂ ਆਉਂਦਾ। ਉਹ ਸਨਸਕ੍ਰੀਨ ਲੈਂਦੀ ਹੈ ਅਤੇ ਐਂਡਰੀਅਨ ਨੂੰ ਦੇ ਦਿੰਦੀ ਹੈ। ਐਂਡਰੀਅਨ ਹੁਣ ਲੇਕ ਵਿੱਚ ਸਵਿਮ ਕਰ ਰਿਹਾ ਹੁੰਦਾ ਹੈ ਅਤੇ ਪਿੱਛੋਂ ਜੁਲਕਾ ਦੀ ਮੋਮ ਉਸ ਨੂੰ ਵੇਖਦੀ ਹੁੰਦੀ ਹੈ ਅਤੇ ਥੋੜ੍ਹੀ ਦੇਰ ਬਾਅਦ ਦੋਨੋਂ ਸਵੀਮਿੰਗ ਕਰਕੇ ਵਾਪਸ ਆ ਚੁੱਕੇ ਹੁੰਦੇ ਹਨ। ਤਾਂ ਜੁਲਕਾ ਡੈਕੋਰੇਸ਼ਨ ਨੂੰ ਦੇਖ ਕੇ ਕਹਿੰਦੀ ਹੈ ਕਿ ਮੋਮ ਨੇ ਇਹ ਲਾਈਟਸ ਕਿਉਂ ਲਗਾ ਦਿੱਤੀਆਂ ਹਨ। ਐਂਡਰੀਅਨ ਵੀ ਜੁਲਕਾ ਦੇ ਪਿੱਛੇ ਜਾ ਰਿਹਾ ਹੁੰਦਾ ਹੈ ਤਾਂ ਉਸ ਨੂੰ ਜੁਲਕਾ ਦੀ ਮੋਮ ਰੋਕ ਦਿੰਦੀ ਹੈ ਅਤੇ ਉਹ ਕਹਿੰਦੀ ਹੈ ਕਿ ਤੇਰੇ ਡੈਡ ਦਾ ਫੋਨ ਆਇਆ ਸੀ ਅਤੇ ਉਹਨਾਂ ਨੇ ਤੈਨੂੰ ਘਰ ਵਾਪਸ ਬੁਲਾਇਆ ਹੈ, ਤੂੰ ਘਰ ਦੀਆਂ ਚਾਬੀਆਂ ਆਪਣੇ ਨਾਲ ਲੈ ਆਇਆ ਹੈ, ਇਸ ਕਰਕੇ ਤੈਨੂੰ ਚਾਬੀਆਂ ਦੇਣ ਲਈ ਵਾਪਸ ਬੁਲਾਇਆ ਹੈ। ਤਾਂ ਜੁਲਕਾ ਆਪਣੀ ਮੋਮ ਨੂੰ ਪੁੱਛਦੀ ਹੈ ਕਿ ਐਂਡਰੀਅਨ ਦੇ ਡੈਡ ਨੇ ਐਂਡਰੀਅਨ ਨੂੰ ਫ਼ੋਨ ਕਿਉਂ ਨਹੀਂ ਲਗਾਇਆ, ਤੁਹਾਨੂੰ ਫ਼ੋਨ ਕਿਉਂ ਲਗਾਇਆ। ਤਾਂ ਜੁਲਕਾ ਦੀ ਮੋਮ ਕਹਿੰਦੀ ਹੈ ਕਿ ਤੁਸੀਂ ਦੋਨੋਂ ਸਵੀਮਿੰਗ ਕਰ ਰਹੇ ਸੀ ਅਤੇ ਲੇਕ ਦੇ ਕੋਲ ਪ੍ਰੋਪਰ ਨੈਟਵਰਕ ਨਹੀਂ ਆਉਂਦਾ ਹੈ, ਇਸੇ ਕਰਕੇ ਉਹਨਾਂ ਨੇ ਮੈਨੂੰ ਫ਼ੋਨ ਕੀਤਾ ਹੈ। ਹੁਣ ਐਂਡਰੀਅਨ ਨੂੰ ਵਾਪਸ ਜਾਣਾ ਪਊਗਾ। ਫਿਰ ਐਂਡਰੀਅਨ ਆਪਣਾ ਫ਼ੋਨ ਦੇਖਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਇੱਥੇ ਨੈਟਵਰਕ ਦੀ ਕੋਈ ਪ੍ਰੋਬਲਮ ਨਹੀਂ ਹੈ। ਫਿਰ ਉਹ ਜੁਲਕਾ ਦੀ ਮੋਮ ਦੇ ਕੋਲ ਜਾ ਕੇ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਮੇਰੇ ਫਾਦਰ ਨੇ ਤੁਹਾਨੂੰ ਫ਼ੋਨ ਨਹੀਂ ਕੀਤਾ ਹੈ, ਤੁਸੀਂ ਮੈਨੂੰ ਇੱਕ ਚਾਂਸ ਕਿਉਂ ਨਹੀਂ ਦਿੰਦੇ। ਤਾਂ ਜੁਲਕਾ ਦੀ ਮੋਮ ਕਹਿੰਦੀ ਹੈ ਕਿ ਤੂੰ ਚਾਹੇ ਤਾਂ ਮੈਂ ਤੇਰੇ ਡੈਡ ਨੂੰ ਫ਼ੋਨ ਲਾ ਸਕਦੀ ਹਾਂ ਅਤੇ ਦੱਸ ਸਕਦੀ ਹਾਂ ਕਿ ਤੂੰ ਮੇਰੀ ਡਾਟਰ ਨਾਲ ਕੀ ਕਰ ਰਿਹਾ ਹੈ। ਤਾਂ ਐਂਡਰੀਅਨ ਬੜੇ ਕੌਨਫੀਡੈਂਸ ਨਾਲ ਬੋਲਦਾ ਹੈ ਕਿ ਮੈਮ, ਮੈਂ ਤੁਹਾਡੀ ਡਾਟਰ ਨੂੰ ਪਿਆਰ ਕਰਦਾ ਹਾਂ, ਆਈ ਐਮ ਇਨ ਲਵ। ਇਹ ਗੱਲ ਸੁਣ ਕੇ ਜੁਲਕਾ ਦੀ ਮੋਮ ਬਹੁਤ ਹੱਸਦੀ ਹੈ, ਜਿਵੇਂ ਕਿ ਐਂਡਰੀਅਨ ਬਿਲਕੁਲ ਹੀ ਝੂਠ ਬੋਲ ਰਿਹਾ ਹੈ। ਉਹ ਕਹਿੰਦੀ ਹੈ ਕਿ ਤੂੰ ਕਿੰਨਾ ਬੇਸ਼ਰਮ ਲੜਕਾ ਹੈ, ਕਿਉਂਕਿ ਜੁਲਕਾ ਦੀ ਮੋਮ ਨੂੰ ਪਤਾ ਸੀ ਕਿ ਉਹ ਜੁਲਕਾ ਦਾ ਬॉयਫ੍ਰੈਂਡ ਹੋਣ ਦੇ ਨਾਲ ਨਾਲ ਉਸ ਦੇ ਨਾਲ ਵੀ ਬਹੁਤ ਫਲਰਟ ਕਰਦਾ ਹੈ। ਉਸੇ ਵਕਤ ਜੁਲਕਾ ਆ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਚਾਬੀਆਂ ਮਿਲ ਗਈਆਂ ਨੇ, ਆ ਕੇ ਲੈ ਜਾਓ। ਐਂਡਰੀਅਨ ਕਹਿੰਦਾ ਹੈ 1 ਮਿੰਟ, ਮੈਂ ਆਉਂਦਾ ਹਾਂ। ਜਾਂਦੇ ਵਕਤ ਐਂਡਰੀਅਨ ਜੁਲਕਾ ਦੀ ਮੋਮ ਨੂੰ ਕਹਿੰਦਾ ਹੈ ਕਿ ਇਹ ਮੇਰੇ ਵੱਸ ਵਿੱਚ ਨਹੀਂ ਹੈ, ਮੈਂ ਜੁਲਕਾ ਨੂੰ ਸੱਚਮੁੱਚ ਬਹੁਤ ਪਿਆਰ ਕਰਦਾ ਹਾਂ। ਜੁਲਕਾ ਦੀ ਮੋਮ ਅਤੇ ਐਂਡਰੀਅਨ ਦੇ ਵਿਚਕਾਰ ਅਣਚਾਹੀ ਰੋਮਾਂਟਿਕ ਟੈਂਸ਼ਨ ਹੁਣ ਕੁਝ ਜ਼ਿਆਦਾ ਹੀ ਵੱਧ ਗਈ ਸੀ। ਇਹ ਦੋਵੇਂ ਇੱਕ ਦੂਸਰੇ ਦੇ ਕਰੀਬ ਤਾਂ ਆਉਣਾ ਚਾਹੁੰਦੇ ਸੀ, ਪਰ ਜੁਲਕਾ ਦੀ ਮੋਮ ਦਾ ਮੋਰਲ ਐਂਬੀਸ਼ਨ ਇਹਨਾਂ ਦੋਵਾਂ ਨੂੰ ਕਰੀਬ ਆਉਣ ਤੋਂ ਰੋਕ ਰਿਹਾ ਸੀ। ਹੁਣ ਐਂਡਰੀਅਨ ਚਾਬੀਆਂ ਲੈ ਕੇ ਆਪਣੇ ਘਰ ਜਾਣ ਵਾਲਾ ਹੁੰਦਾ ਹੈ ਤਾਂ ਕਿਚਨ ਦੀ ਵਿੰਡੋ ਤੋਂ ਜੁਲਕਾ ਦੀ ਮੋਮ ਦੇਖਦੀ ਹੈ ਕਿ ਜੁਲਕਾ ਅਤੇ ਐਂਡਰੀਅਨ ਦੋਵੇਂ ਗੱਲਾਂ ਕਰ ਰਹੇ ਹਨ ਅਤੇ ਜੁਲਕਾ ਐਂਡਰੀਅਨ ਨੂੰ ਪੁੱਛ ਰਹੀ ਸੀ ਕਿ ਵਾਪਸ ਕਦੋਂ ਆਉਣਾ ਹੈ। ਤਾਂ ਐਂਡਰੀਅਨ ਕਹਿੰਦਾ ਹੈ ਕਿ ਹਾਂ, ਮੈਂ ਜ਼ਰੂਰ ਵਾਪਸ ਆਵਾਂਗਾ। ਫਿਰ ਦੋਵੇਂ ਇੱਕ ਦੂਸਰੇ ਨਾਲ ਥੋੜ੍ਹਾ ਰੋਮਾਂਸ ਕਰਦੇ ਨੇ। ਫਿਰ ਐਂਡਰੀਅਨ ਉੱਥੋਂ ਚਲਾ ਜਾਂਦਾ ਹੈ। ਐਂਡਰੀਅਨ ਦੇ ਜਾਣ ਤੋਂ ਬਾਅਦ ਜੁਲਕਾ ਦੀ ਮੋਮ ਥੋੜ੍ਹਾ ਰਿਲੈਕਸ ਫੀਲ ਕਰਦੀ ਹੈ। ਜੁਲਕਾ ਅੰਦਰ ਆ ਕੇ ਆਪਣੀ ਮੋਮ ਨੂੰ ਪੁੱਛਦੀ ਹੈ ਕਿ ਮੋਮ, ਤੁਸੀਂ ਐਂਡਰੀਅਨ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹੋ। ਤਾਂ ਜੁਲਕਾ ਦੀ ਮੋਮ ਉਸ ਦਾ ਕੋਈ ਵੀ ਜਵਾਬ ਨਹੀਂ ਦਿੰਦੀ। ਤਾਂ ਜੁਲਕਾ ਦੁਬਾਰਾ ਆਪਣੀ ਮੋਮ ਨੂੰ ਪੁੱਛਦੀ ਹੈ ਕਿ ਮੋਮ, ਤੁਸੀਂ ਐਂਡਰੀਅਨ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਹੋ। ਤਾਂ ਜੁਲਕਾ ਦੀ ਮੋਮ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਸ ਤਰ੍ਹਾਂ ਇਸ ਗੱਲ 'ਤੇ ਰਿਐਕਟ ਕਰੇ। ਤਾਂ ਜੁਲਕਾ ਕਹਿੰਦੀ ਹੈ ਕਿ ਐਂਡਰੀਅਨ ਤੁਹਾਡੇ ਬਾਰੇ ਦਿਨ ਵਿੱਚ ਵਾਰ-ਵਾਰ ਪੁੱਛ ਰਿਹਾ ਸੀ ਕਿ ਆਪਣੀ ਮੋਮ ਬਾਰੇ ਕੁਝ ਗੱਲਾਂ ਦੱਸੇ। ਤਾਂ ਜੁਲਕਾ ਦੀ ਮੋਮ ਪੁੱਛਦੀ ਹੈ ਕਿ ਫਿਰ ਉਸਨੇ ਕੀ ਜਵਾਬ ਦਿੱਤਾ। ਤਾਂ ਜੁਲਕਾ ਕਹਿੰਦੀ ਹੈ ਕਿ ਮੈਂ ਦੱਸਿਆ ਕਿ ਮੇਰੀ ਮੋਮ ਕੁਝ ਦਿਨ ਪਹਿਲਾਂ ਬਿਨਾਂ ਕੱਪੜਿਆਂ ਤੋਂ ਲੇਕ ਵਿੱਚ ਨਹਾਉਣ ਲਈ ਚਲੀ ਗਈ ਸੀ, ਜਿਸ ਕਰਕੇ ਸਾਡੇ ਗੁਆਂਢੀਆਂ ਨੇ ਕੰਪਲੇਂਟ ਕਰ ਦਿੱਤੀ ਅਤੇ ਸਾਡੇ ਸ਼ਹਿਰ ਦੇ ਐਡਮਿਨਿਸਟ੍ਰੇਸ਼ਨ ਨੇ ਮੇਰੀ ਮੋਮ ਨੂੰ ਇਸ ਗੱਲ ਲਈ ਵਾਰਨਿੰਗ ਦਿੱਤੀ ਹੈ ਕਿ ਮੇਰੀ ਮੋਮ ਅੱਗੇ ਤੋਂ ਲੇਕ ਵਿੱਚ ਬਿਨਾਂ ਕੱਪੜਿਆਂ ਤੋਂ ਨਹਾਉਣ ਲਈ ਨਾ ਜਾਵੇ। ਇਸ ਗੱਲ ਤੋਂ ਜੁਲਕਾ ਦੀ ਮੋਮ ਕਾਫੀ ਹੈਰਾਨ ਹੋ ਜਾਂਦੀ ਹੈ ਕਿ ਇਹੋ ਜਿਹੀ ਪ੍ਰਾਈਵੇਟ ਗੱਲ ਉਸਨੇ ਆਪਣੇ ਬॉयਫ੍ਰੈਂਡ ਐਂਡਰੀਅਨ ਨੂੰ ਦੱਸ ਦਿੱਤੀ ਹੈ। ਜੁਲਕਾ ਗੱਲ ਨੂੰ ਕੱਟਦੇ ਹੋਏ ਕਹਿੰਦੀ ਹੈ ਕਿ ਮਿਲਕ ਨਹੀਂ ਹੈ ਕਿ ਮੈਨੂੰ ਕੇਕ ਬਣਾਉਣਾ ਹੈ। ਤਾਂ ਉਸਦੀ ਮੋਮ ਕੰਮ ਨੂੰ ਉੱਥੇ ਹੀ ਛੱਡਦੇ ਹੋਏ ਕਹਿੰਦੀ ਹੈ ਕਿ ਮਿਲਕ ਤਾਂ ਆਪਾਂ ਖਰੀਦ ਕੇ ਲਿਆਏ ਸੀ। ਤਾਂ ਜੁਲਕਾ ਕਹਿੰਦੀ ਹੈ ਇੱਥੇ ਤਾਂ ਨਹੀਂ ਹੈ। ਤਾਂ ਜੁਲਕਾ ਦੀ ਮੋਮ ਮਿਲਕ ਲੱਭਣ ਲਈ ਸਟੋਰ ਰੂਮ ਵਿੱਚ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਉੱਥੇ ਸਾਰੀਆਂ ਮਿਲਕ ਦੀਆਂ ਬੋਤਲਾਂ ਪਈਆਂ ਹੁੰਦੀਆਂ ਹਨ, ਜਿਸ ਨੂੰ ਉਹ ਕੇਕ ਬਣਾਉਣ ਲਈ ਸ਼ਾਪਿੰਗ ਮਾਲ ਤੋਂ ਖਰੀਦ ਕੇ ਲਿਆਈ ਸੀ।
ਪਰ ਜੁਲਕਾ ਦੀ ਮਮ ਜੁਲਕਾ ਨੂੰ ਕਹਿੰਦੀ ਹੈ ਕਿ ਮਿਲਕ ਤਾਂ ਹੈ ਨਹੀਂ, ਮੈਨੂੰ ਵਾਪਸ ਜਾ ਕੇ ਲਿਆਉਣਾ ਪਊਗਾ। ਫਿਰ ਉਹ ਸ਼ਾਵਰ ਲੈਣ ਲਈ ਬਾਥਰੂਮ 'ਚ ਚਲੀ ਜਾਂਦੀ ਹੈ ਅਤੇ ਜੁਲਕਾ ਬਿਨਾਂ ਕਿਸੇ ਸ਼ੱਕ ਦੇ ਕਰੀਮ ਤਿਆਰ ਕਰਨ ਲੱਗ ਜਾਂਦੀ ਹੈ। ਫਿਰ ਜੁਲਕਾ ਦੀ ਮਮ ਮਿਲਕ ਲਿਆਉਣ ਦੇ ਬਹਾਨੇ ਲੇਕ ਹਾਊਸ ਤੋਂ ਸ਼ਹਿਰ ਦੀ ਤਰਫ ਜਾ ਰਹੀ ਹੁੰਦੀ ਹੈ। ਐਂਡਰੀਅਨ ਹਾਲੇ ਥੋੜ੍ਹੀ ਦੂਰ ਹੀ ਗਿਆ ਹੁੰਦਾ ਹੈ ਕਿਉਂਕਿ ਉਹ ਪੈਦਲ ਚੱਲ ਰਿਹਾ ਸੀ। ਜੁਲਕਾ ਦੀ ਮਮ ਕਾਰ ਨੂੰ ਲਿਜਾ ਕੇ ਉਸਦੇ ਕੋਲ ਰੋਕਦੀ ਹੈ ਅਤੇ ਉਸਨੂੰ ਅੰਦਰ ਬੈਠਣ ਲਈ ਕਹਿੰਦੀ ਹੈ। ਐਂਡਰੀਅਨ ਚੁੱਪਚਾਪ ਕਾਰ ਦੇ ਅੰਦਰ ਬੈਠ ਜਾਂਦਾ ਹੈ ਤੇ ਜੁਲਕਾ ਦੀ ਮਮ ਕਾਰ ਚਲਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਦੋਨੋਂ ਇੱਕ ਦੂਸਰੇ ਨਾਲ ਕੁਝ ਵੀ ਗੱਲ ਨਹੀਂ ਕਰ ਰਹੇ ਸੀ। ਕਾਫੀ ਦੇਰ ਤੱਕ ਜੁਲਕਾ ਦੀ ਮਮ ਕਾਰ ਚਲਾਉਂਦੀ ਰਹਿੰਦੀ ਹੈ ਅਤੇ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਔਕਵਰਡ ਟਾਈਪ ਦਾ ਸਾਇਲੈਂਸ ਰਹਿੰਦਾ ਹੈ। ਥੋੜ੍ਹੀ ਦੇਰ ਬਾਅਦ ਜੁਲਕਾ ਦੀ ਮਮ ਇੱਕ ਸੁਨਸਾਨ ਜਿਹੀ ਜਗ੍ਹਾ ਵੇਖ ਕੇ ਕਾਰ ਨੂੰ ਰੋਕ ਦਿੰਦੀ ਹੈ, ਪਰ ਹਾਲੇ ਵੀ ਇਹਨਾਂ ਦੋਨਾਂ ਦੇ ਇੱਕ ਦੂਸਰੇ ਨਾਲ ਕੋਈ ਵੀ ਗੱਲ ਨਹੀਂ ਕਰ ਪਾ ਰਹੇ। ਜੁਲਕਾ ਦੀ ਮਮ ਉਦਾਸ ਮਨ ਨਾਲ ਐਂਡਰੀਅਨ ਦੇ ਵੱਲ ਦੇਖਦੀ ਹੈ ਤਾਂ ਐਂਡਰੀਅਨ ਆਪਣੇ ਦੋਨਾਂ ਹੱਥਾਂ ਨਾਲ ਜੁਲਕਾ ਦੀ ਮਮ ਦੇ ਚਿਹਰੇ ਨੂੰ ਸਹਿਲਾਉਣ ਲੱਗ ਜਾਂਦਾ ਹੈ। ਜੁਲਕਾ ਦੀ ਮਮ ਆਪਣੇ ਇਕੱਲੇਪਨ ਕਰਕੇ ਹੁਣ ਆਪਣੇ ਆਪ ਤੋਂ ਹਾਰ ਚੁੱਕੀ ਸੀ ਤੇ ਆਪਣੇ ਆਪ ਨੂੰ ਉਹ ਐਂਡਰੀਅਨ ਦੇ ਹਵਾਲੇ ਕਰ ਦਿੰਦੀ ਹੈ। ਫਿਰ ਇਹ ਦੋਨੋਂ ਮਿਲ ਕੇ ਕਾਰ ਵਿੱਚ ਹੀ ਇੰਟੀਮੇਟ ਹੁੰਦੇ ਹਨ। ਇੰਟੀਮੇਟ ਹੋਣ ਤੋਂ ਬਾਅਦ ਐਂਡਰੀਅਨ ਟਾਇਲਟ ਕਰਨ ਲਈ ਕਾਰ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਜੁਲਕਾ ਦੀ ਮਮ ਵੇਖਦੀ ਹੈ ਕਿ ਉਸਦੇ ਫ਼ੋਨ 'ਤੇ ਜੁਲਕਾ ਦਾ ਫ਼ੋਨ ਆ ਰਿਹਾ ਸੀ, ਪਰ ਉਹ ਜੁਲਕਾ ਦਾ ਫ਼ੋਨ ਕੱਟ ਦਿੰਦੀ ਹੈ। ਐਂਡਰੀਅਨ ਜੁਲਕਾ ਦੀ ਮਮ ਦੇ ਕੋਲ ਆਉਂਦਾ ਹੈ ਅਤੇ ਉਸਦੇ ਚਿਹਰੇ 'ਤੇ ਅਜੀਬ ਜਿਹੀ ਖੁਸ਼ੀ ਹੁੰਦੀ ਹੈ, ਪਰ ਜੁਲਕਾ ਦੀ ਮਮ ਇੰਨੀ ਖੁਸ਼ ਨਹੀਂ ਹੁੰਦੀ ਕਿਉਂਕਿ ਉਹ ਆਪਣੀ ਡਿਜ਼ਾਇਰ ਦੇ ਅੱਗੇ ਮਜਬੂਰ ਹੋ ਕੇ ਐਂਡਰੀਅਨ ਦੇ ਨਾਲ ਇੰਟੀਮੇਟ ਹੋਈ ਸੀ। ਪਰ ਉਹ ਅਸਲ ਵਿੱਚ ਨਹੀਂ ਸੀ ਚਾਹੁੰਦੀ ਕਿ ਉਹ ਐਂਡਰੀਅਨ ਦੇ ਨੇੜੇ ਵੀ ਰਹੇ, ਇਸ ਲਈ ਉਹ ਹਮੇਸ਼ਾ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਸੀ ਤੇ ਜਦ ਵੀ ਉਹ ਘਰ ਆਉਂਦਾ ਤਾਂ ਉਸ ਨੂੰ ਘਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਸੀ। ਪਰ ਬੋਡੀ ਦੀ ਕੈਮੀਕਲ ਡਿਜ਼ਾਇਰ ਹਮੇਸ਼ਾ ਹਿਊਮਨ ਇੰਟੈਲੀਜੈਂਟ 'ਤੇ ਭਾਰੀ ਪੈਂਦੀ ਹੈ ਅਤੇ ਇਹੀ ਗੱਲ ਜੁਲਕਾ ਦੀ ਮਮ ਦੇ ਨਾਲ ਵੀ ਹੋਈ ਸੀ। ਜੁਲਕਾ ਦੀ ਮਮ ਐਂਡਰੀਅਨ ਤੋਂ ਸਿਗਰਟ ਮੰਗਦੀ ਹੈ। ਉਹ ਸਿਗਰਟ ਬਾਲ ਕੇ ਜੁਲਕਾ ਦੀ ਮਮ ਨੂੰ ਦੇ ਦਿੰਦਾ ਹੈ ਅਤੇ ਫਿਰ ਜੁਲਕਾ ਦੀ ਮਮ ਦੇ ਕਲੋਜ਼ ਆਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਜੁਲਕਾ ਦੀ ਮਮ ਹੁਣ ਉਸ ਵਿੱਚ ਕੋਈ ਖਾਸ ਇੰਟਰਸਟ ਨਹੀਂ ਦਿਖਾ ਰਹੀ ਸੀ ਅਤੇ ਉਹ ਕਹਿੰਦੀ ਹੈ ਕਿ ਚਲਾ ਜਾ ਇੱਥੋਂ, ਪਲੀਜ਼ ਚਲਾ ਜਾ। ਐਂਡਰੀਅਨ ਕੁਝ ਦੇਰ ਸੋਚਣ ਤੋਂ ਬਾਅਦ ਕਾਰ ਤੋਂ ਥੱਲੇ ਉਤਰ ਜਾਂਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ। ਜੁਲਕਾ ਦੀ ਮਮ ਆਪਣੀ ਸਿਗਰਟ ਖਤਮ ਕਰਦੀ ਹੈ, ਇੱਕ ਲੰਮਾ ਸਾਹ ਲੈਂਦੀ ਹੈ ਅਤੇ ਫਿਰ ਘਰ ਵੱਲ ਨੂੰ ਨਿਕਲ ਜਾਂਦੀ ਹੈ। ਐਂਡਰੀਅਨ ਹੁਣ ਚਲਾ ਗਿਆ ਹੈ ਤਾਂ ਜੁਲਕਾ ਦੀ ਮਮ ਸੋਚਦੀ ਹੈ ਕਿ ਉਹ ਘਰ ਜਾ ਕੇ ਆਪਣੀ ਬੇਟੀ ਦਾ ਜਨਮ ਦਿਨ ਸੈਲੀਬ੍ਰੇਟ ਕਰੂਗੀ। ਉਹ ਬਹੁਤ ਖੁਸ਼ ਹੁੰਦੀ ਹੈ, ਪਰ ਜੁਲਕਾ ਦੀ ਮਮ ਜਦ ਘਰ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਘਰ ਦਾ ਸਾਰਾ ਡੈਕੋਰੇਸ਼ਨ ਦਾ ਸਮਾਨ ਖਿਲਰਿਆ ਪਿਆ ਹੈ। ਜੋ ਲਾਈਟਸ ਉਸਨੇ ਲਗਾਈਆਂ ਸੀ ਉਹ ਹੁਣ ਵਿਖਰੀਆਂ ਪਈਆਂ ਸਨ ਅਤੇ ਕੁਝ ਟੁੱਟ ਕੇ ਜ਼ਮੀਨ 'ਤੇ ਵੀ ਪਈਆਂ ਸਨ। ਇਹ ਦੇਖ ਕੇ ਜੁਲਕਾ ਦੀ ਮਮ ਨੂੰ ਬਹੁਤ ਅਜੀਬ ਲੱਗਦਾ ਹੈ। ਉਹ ਘਰ ਦੇ ਅੰਦਰ ਜਾਂਦੀ ਹੈ ਤਾਂ ਦੇਖਦੀ ਹੈ ਕਿ ਜੁਲਕਾ ਕਿਚਨ ਵਿੱਚ ਥੱਲੇ ਜ਼ਮੀਨ 'ਤੇ ਪਈ ਹੁੰਦੀ ਹੈ। ਜੁਲਕਾ ਆਪਣੀ ਮਮ ਨੂੰ ਪੁੱਛਦੀ ਹੈ ਕਿ ਤੁਸੀਂ ਮੇਰਾ ਫ਼ੋਨ ਕਿਉਂ ਨਹੀਂ ਚੱਕਿਆ, ਤਾਂ ਜੁਲਕਾ ਦੀ ਮਮ ਉਸਨੂੰ ਝੂਠ ਬੋਲਦੀ ਹੈ ਕਿ ਮੇਰਾ ਫ਼ੋਨ ਸਾਇਲੈਂਟ ਮੋਡ 'ਤੇ ਸੀ। ਜੁਲਕਾ ਦੀ ਮਮ ਪੁੱਛਦੀ ਹੈ ਕਿ ਉਸਨੇ ਕੇਕ ਕਿਸ ਤਰ੍ਹਾਂ ਬਣਾਇਆ, ਤਾਂ ਜੁਲਕਾ ਕਹਿੰਦੀ ਹੈ ਕਿ ਮੈਨੂੰ ਮਿਲਕ ਮਿਲ ਗਿਆ ਸੀ, ਉਹ ਸਟੋਰ ਰੂਮ ਵਿੱਚ ਰੱਖਿਆ ਹੋਇਆ ਸੀ। ਇਹ ਸੁਣ ਕੇ ਜੁਲਕਾ ਦੀ ਮਮ ਥੋੜ੍ਹੀ ਘਬਰਾ ਜਾਂਦੀ ਹੈ। ਇਹ ਸੁਣ ਕੇ ਜੁਲਕਾ ਦੀ ਮਮ ਉਸਨੂੰ ਦੁਬਾਰਾ ਪੁੱਛਦੀ ਹੈ ਪਰ ਉਸਨੇ ਡੈਕੋਰੇਸ਼ਨ ਕਿਉਂ ਹਟਾ ਦਿੱਤੀ, ਤਾਂ ਜੁਲਕਾ ਕਹਿੰਦੀ ਹੈ ਕਿ ਕੋਈ ਪਾਰਟੀ ਨਹੀਂ ਹੋਊਗੀ ਇੱਥੇ। ਜੁਲਕਾ ਦੀ ਮਮ ਨੂੰ ਅੰਦਰ ਹੀ ਅੰਦਰ ਕਾਫੀ ਡਰ ਲੱਗ ਰਿਹਾ ਸੀ। ਜੁਲਕਾ ਕਹਿੰਦੀ ਹੈ ਕਿ ਐਂਡਰੀਅਨ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਉਹ ਵਾਪਸ ਨਹੀਂ ਆਊਗਾ ਅਤੇ ਹੁਣ ਉਹ ਜ਼ਿੰਦਗੀ ਵਿੱਚ ਕਦੇ ਵੀ ਉਸ ਨੂੰ ਨਹੀਂ ਮਿਲੇਗਾ। ਇਸ ਕਰਕੇ ਜੁਲਕਾ ਨੂੰ ਬਹੁਤ ਜ਼ਿਆਦਾ ਹਰਟ ਹੋਇਆ ਅਤੇ ਉਹ ਬਹੁਤ ਜ਼ਿਆਦਾ ਰੋਈ। ਹਾਲੇ ਵੀ ਉਹ ਬਹੁਤ ਦੇਰ ਤੋਂ ਰੋ ਰਹੀ ਸੀ। ਜੁਲਕਾ ਦੀ ਮਮ ਥੱਲੇ ਬੈਠ ਜਾਂਦੀ ਹੈ ਅਤੇ ਜੁਲਕਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਜੁਲਕਾ ਕਹਿੰਦੀ ਹੈ ਕਿ ਮਮ ਤੁਸੀਂ ਹਮੇਸ਼ਾ ਤੋਂ ਸਹੀ ਸੀ, ਤੁਸੀਂ ਬਿਲਕੁਲ ਸਹੀ ਕਹਿੰਦੇ ਸੀ ਕਿ ਐਂਡਰੀਅਨ ਚੰਗਾ ਮੁੰਡਾ ਨਹੀਂ ਹੈ। ਵੇਖੋ ਅੱਜ ਉਹ ਮੇਰੇ ਜਨਮ ਦਿਨ ਦੇ ਦਿਨ ਹੀ ਮੈਨੂੰ ਇਕੱਲਿਆਂ ਛੱਡ ਕੇ ਚਲਾ ਗਿਆ ਹੈ ਅਤੇ ਮੇਰੇ ਨਾਲ ਬ੍ਰੇਕਅਪ ਕਰ ਲਿਆ ਹੈ। ਉਸਨੇ ਮੇਰਾ ਜਨਮ ਦਿਨ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ। ਮਮ ਤੁਸੀਂ ਉਸ ਬਾਰੇ ਬਿਲਕੁਲ ਸਹੀ ਸੀ। ਫਿਰ ਜੁਲਕਾ ਇਸ ਸਮੇਂ ਬਹੁਤ ਰੋਂਦੀ ਹੈ। ਜੁਲਕਾ ਦੀ ਮਮ ਜੁਲਕਾ ਨੂੰ ਗਲ ਨਾਲ ਲਾ ਲੈਂਦੀ ਹੈ, ਪਰ ਜੁਲਕਾ ਨੂੰ ਨਹੀਂ ਪਤਾ ਕਿ ਉਸਦੀ ਮਮ ਨੇ ਹੀ ਵਾਰ-ਵਾਰ ਐਂਡਰੀਅਨ ਨੂੰ ਇੱਥੋਂ ਜਾਣ ਲਈ ਕਿਹਾ ਅਤੇ ਹੁਣ ਉਹ ਖੁਦ ਐਂਡਰੀਅਨ ਦੇ ਨਾਲ ਇੰਟੀਮੇਟ ਹੋ ਕੇ ਆਈ ਹੈ। ਸ਼ਾਇਦ ਇਸੇ ਕਰਕੇ ਐਂਡਰੀਅਨ ਨੇ ਉਸ ਨੂੰ ਮੈਸੇਜ ਕਰ ਦਿੱਤਾ ਕਿ ਹੁਣ ਉਹ ਉਸ ਵਿੱਚ ਇੰਟਰਸਟਡ ਨਹੀਂ ਹੈ ਅਤੇ ਜੁਲਕਾ ਦੀ ਮਮ ਜੋ ਕਿ ਆਪਣੀ ਬੇਟੀ ਦੇ 18ਵੇਂ ਜਨਮ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਇੰਨੀ ਐਕਸਾਈਟਡ ਸੀ, ਅੱਜ ਉਸਨੇ ਖੁਦ ਹੀ ਆਪਣੀ ਬੇਟੀ ਦੇ ਜਨਮ ਦਿਨ ਦੇ ਨਾਲ ਉਸ ਦੀ ਲਵ ਲਾਈਫ ਨੂੰ ਵੀ ਬਰਬਾਦ ਕਰਕੇ ਰੱਖ ਦਿੱਤਾ ਅਤੇ ਇਸੇ ਨਾਲ ਇਹ ਮੂਵੀ ਐਂਡ ਹੋ ਜਾਂਦੀ ਹੈ। ਜੇਕਰ ਤੁਹਾਨੂੰ ਹਾਲੀਵੁੱਡ ਮੂਵੀਜ਼ ਦੀ ਐਕਸਪਲੇਨੇਸ਼ਨ ਪੰਜਾਬੀ ਵਿੱਚ ਸੁਣਨਾ ਪਸੰਦ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ, ਕਮੈਂਟ ਕਰੋ।